ਪਾਠ 2 ਭਾਰਤੀ ਅਰਥ ਵਿਵਸਥਾ ਦੀ ਆਧਾਰਿਕ ਸੰਰਚਨਾ। ਕੱਲ੍ਹ ਅਸੀਂ ਕੀਤਾ ਸੀ ਕਿ ਅਰਥ ਵਿਵਸਥਾ ਦੇ ਆਧਾਰ ਕਿਹੜੇ ਕਿਹੜੇ ਹਨ। ਅਸੀਂ ਕੀਤਾ ਸੀ ਯਾਤਾਯਾਤ ਅਤੇ ਸੰਚਾਰ, ਸ਼ਕਤੀ, ਬਿਜਲੀ, ਇਹ ਸਾਰੇ ਹੀ, ਸਿਹਤ, ਸਿੱਖਿਆ, ਇਹ ਸਾਰੇ ਹੀ ਅਰਥ ਵਿਵਸਥਾ ਦਾ ਆਧਾਰ ਨੇ। ਤਾਂ ਅੱਜ ਅਸੀਂ ਕਰਾਂਗੇ ਭਾਰਤ ਵਿੱਚ ਯਾਤਾਯਾਤ ਦੇ ਸਾਧਨ। ਤਿੰਨ ਨੇਗੇ: ਥਲ, ਜਲ ਅਤੇ ਹਵਾਈ। ਸੜਕ ਭਾਰਤ ਵਿੱਚ ਯਾਤਾਯਾਤ ਦਾ ਇੱਕ ਮੁੱਖ ਸਾਧਨ ਹੈ। ਸੜਕ ਯਾਤਾਯਾਤ ਦੇ ਮੁੱਖ ਸਾਧਨ ਟਰੱਕ, ਬੱਸ, ਕਾਰ, ਸਕੂਟਰ, ਮੋਟਰਸਾਈਕਲ, ਬੈਲ ਗੱਡੀ ਆਦਿ ਹਨ। ਭਾਰਤ ਵਿੱਚ ਕਈ ਪ੍ਰਕਾਰ ਦੀਆਂ ਸੜਕਾਂ, ਜਿਵੇਂ ਰਾਸ਼ਟਰੀ ਸੜਕਾਂ, ਜਿਹਨੂੰ ਨੈਸ਼ਨਲ ਹਾਈਵੇਜ਼ ਕਹਿ ਦਿੰਦੇ ਹਾਂ, ਪ੍ਰਾਂਤੀ, ਸਟੇਟ ਹਾਈਵੇ, ਜ਼ਿਲ੍ਹਾ ਸੜਕਾਂ ਅਤੇ ਪੇਂਡੂ ਸੜਕਾਂ ਅਤੇ ਸੀਮਾ ਬਾਰਡਰ। ਸੜਕ ਯਾਤਾਯਾਤ ਵਿੱਚ ਅਲੱਗ-ਅਲੱਗ ਰਾਜਾਂ ਦੇ ਸੜਕ ਪਰਿਵਹਿਨ ਨਿਗਮਾਂ ਦਾ ਵਿਸ਼ੇਸ਼ ਯੋਗਦਾਨ ਹੈ। ਰਾਜਾਂ ਨੇ ਯਾਤਰੀਆਂ ਨੂੰ ਸੁਵਿਧਾਜਨਕ ਅਤੇ ਆਰਾਮਦਾਇਕ ਬਣਾਉਣ ਲਈ ਵਧੀਆ ਬੱਸਾਂ, ਬੱਸ ਡਿਪੂਆਂ, ਬੱਸ ਅੱਡਿਆਂ ਅਤੇ ਯਾਤਰੀ ਵਿਕਾਸ ਲਈ ਬਹੁਤ ਧਨ ਖਰਚ ਕੀਤਾ ਹੈ। ਇਸ ਤਰ੍ਹਾਂ ਯਾਤਾਯਾਤ ਵਿੱਚ ਭਾਰਤੀ ਸੜਕਾਂ ਦਾ ਮਹੱਤਵ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਸੜਕ ਯਾਤਾਯਾਤ ਕੀ ਹੈਗਾ, ਅਤੇ ਇਹਦੇ ਵਿੱਚ ਸਾਡੇ ਰਾਸ਼ਟਰੀ ਆ ਜਾਂਦੇ ਨੇ, ਪ੍ਰਾਂਤ ਮਾਰਗ, ਫਿਰ ਜ਼ਿਲ੍ਹਾ ਮਾਰਗ, ਪੇਂਡੂ ਸੜਕਾਂ ਅਤੇ ਸੀਮਾ ਬਾਰਡਰ। ਅਤੇ ਇਸ ਤਰ੍ਹਾਂ ਸੜਕ ਯਾਤਾਯਾਤ। ਜਲ ਭਾਰਤ ਦਾ ਤੀਸਰਾ ਮਹੱਤਵਪੂਰਨ ਜਲ ਯਾਤਾਯਾਤ ਸਰੋਤ ਹੈ। ਵਿਕਾਸਸ਼ੀਲ ਦੇਸ਼ਾਂ ਵਿੱਚ ਭਾਰਤੀ ਜਹਾਜ਼ਰਾਨੀ ਦਾ ਪਹਿਲਾ ਸਥਾਨ ਹੈ। ਜੋ ਦੇਸ਼ ਦੇ ਵਿਕਾਸ ਕਰ ਰਹੇ ਨੇ ਅਤੇ ਉਹਨਾਂ ਦੇ ਵਿੱਚ ਭਾਰਤ ਦਾ ਪਹਿਲਾ ਸਥਾਨ ਹੈ। ਏਸ਼ੀਆ ਵਿੱਚ ਦੂਜਾ, ਅਤੇ ਜੇ ਏਸ਼ੀਆ ਦੀ ਗੱਲ ਕਰੀਏ ਤਾਂ ਏਸ਼ੀਆ ਵਿੱਚ ਦੂਜਾ ਹੈ ਅਤੇ ਸੰਸਾਰ ਦੇ ਵਿੱਚ 16ਵਾਂ ਸਥਾਨ ਹੈ। ਵਿਕਾਸਸ਼ੀਲ ਦੇਸ਼ ਉਹ ਹੁੰਦੇ ਨੇ ਜਿਹੜੇ ਪਹਿਲਾਂ ਭਾਵ ਅਸੀਂ ਕਹਿ ਸਕਦੇ ਵੀ ਗੁਲਾਮ ਸਨ ਅਤੇ ਹੌਲੀ ਹੌਲੀ ਉਹ ਆਪਣਾ ਵਿਕਾਸ ਦੇ ਰਾਹ 'ਤੇ ਚੱਲ ਰਹੇ ਹਨ। ਤਾਂ ਭਾਰਤ ਜੇਕਰ ਉਹਨਾਂ ਵਿੱਚ ਦੇਖਿਆ ਜਾਵੇ ਤਾਂ ਭਾਰਤ ਦਾ ਪਹਿਲਾ ਸਥਾਨ ਹੈ। ਜੇ ਅਸੀਂ ਗੱਲ ਏਸ਼ੀਆ ਦੀ ਕਰੀਏ, ਏਸ਼ੀਆ ਮਹਾਂਦੀਪ ਦੀ, ਤਾਂ ਜਲ ਯਾਤਾਯਾਤ ਦੇ ਵਿੱਚ ਭਾਰਤ ਦਾ ਦੂਜਾ ਸਥਾਨ ਹੈ ਅਤੇ ਸੰਸਾਰ ਦੇ ਵਿੱਚ 16ਵਾਂ ਸਥਾਨ ਹੈ। ਜਲ ਯਾਤਾਯਾਤ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ। ਅੰਤਰਿਕ ਯਾਤਾਯਾਤ। ਅੰਤਰਿਕ ਕੀ ਹੁੰਦਾ ਗਾ, ਜਿਹੜਾ ਦੇਸ਼ ਦੇ ਅੰਦਰੂਨੀ ਸੀਮਾ ਦੇ ਵਿੱਚ ਹੁੰਦਾ ਅੰਦਰ। ਫਿਰ ਤੱਟੀ ਭਾਵ ਜੋ ਜਿੱਥੇ ਭਾਰਤ ਦਾ ਜੋ ਤਟਵਰਤੀ ਖੇਤਰ ਨੇ ਸਿਰਫ ਉੱਥੇ ਉਹ, ਅਤੇ ਜਾਂ ਫਿਰ ਸਮੁੰਦਰੀ ਜਾਂ ਅੰਤਰਰਾਸ਼ਟਰੀ, ਫਿਰ ਜੋ ਵਿਦੇਸ਼ਾਂ ਨਾਲ ਵਪਾਰ ਹੁੰਦਾ। ਭਾਰਤ ਵਿੱਚ ਜਲ ਯਾਤਾਯਾਤ ਦੀਆਂ ਕਈ ਬੰਦਰਗਾਹਾਂ, ਜਿਵੇਂ ਮੁੰਬਈ, ਕਲਕੱਤਾ, ਹਲਦੀਆ, ਚੇਨਈ, ਬੈਂਗਲੁਰੂ, ਵਿਸ਼ਾਖਾਪਟਨਮ ਆਦਿ ਰਾਹੀਂ ਕੀਤਾ ਜਾਂਦਾ ਹੈ। ਸਮੁੰਦਰੀ ਯਾਤਾਯਾਤ ਲਈ ਭਾਰਤ ਵਿੱਚ ਦੋ ਵੱਡੀਆਂ ਕੰਪਨੀਆਂ, ਭਾਰਤੀ ਸ਼ਿਪਿੰਗ ਨਿਗਮ ਅਤੇ ਮੁਗਲ ਲਾਈਨ। ਮਤਲਬ ਭਾਰਤ ਵਿੱਚ ਦੋ ਵੱਡੀਆਂ ਕੰਪਨੀਆਂ ਨੇ ਇਹ, ਭਾਰਤੀ ਸ਼ਿਪਿੰਗ ਨਿਗਮ ਅਤੇ ਮੁਗਲ ਲਾਈਨ। ਇਸ ਤੋਂ ਇਲਾਵਾ ਨਿੱਜੀ ਖੇਤਰ ਦੀਆਂ ਵੀ ਕੰਪਨੀਆਂ। ਨਿੱਜੀ ਹੁੰਦਾ ਗਾ ਪ੍ਰਾਈਵੇਟ, ਜੋ ਆਪਣਾ ਜਿਨ੍ਹਾਂ ਨੇ ਆਪਣੀਆਂ ਨਿੱਜੀ ਕੰਪਨੀਆਂ, ਆਪਣੀਆਂ ਪ੍ਰਾਈਵੇਟ ਕੰਪਨੀਆਂ ਖੋਲ੍ਹ ਰੱਖੀਆਂ ਨੇ। ਹਵਾਈ ਯਾਤਾਯਾਤ ਦਾ ਸਭ ਤੋਂ ਤੇਜ਼ ਅਤੇ ਮਹਿੰਗਾ ਸਾਧਨ ਹਵਾਈ ਯਾਤਾਯਾਤ ਹੈ। ਭਾਰਤ ਵਿੱਚ ਹਵਾਈ ਯਾਤਾਯਾਤ ਲਈ ਤਿੰਨ ਖੇਤਰ ਦੀਆਂ ਕੰਪਨੀਆਂ ਹਨ: ਇੰਡੀਅਨ ਏਅਰਲਾਈਨਜ਼ ਕਾਰਪੋਰੇਸ਼ਨ, ਏਅਰ ਇੰਡੀਆ ਇੰਟਰਨੈਸ਼ਨਲ। ਪਹਿਲੀ ਹੈ ਇੰਡੀਅਨ ਏਅਰਲਾਈਨਜ਼ ਕਾਰਪੋਰੇਸ਼ਨ, ਏਅਰ ਇੰਡੀਆ ਇੰਟਰਨੈਸ਼ਨਲ ਅਤੇ ਵਾਯੂਦੂਤ। 27 ਫਰਵਰੀ 2011 ਨੂੰ ਪਹਿਲੀਆਂ ਦੋ ਕੰਪਨੀਆਂ ਆਪਸ ਵਿੱਚ ਮਿਲਾ ਦਿੱਤੀਆਂ ਗਈਆਂ ਹਨ। ਭਾਵ ਇੰਡੀਅਨ ਏਅਰਲਾਈਨਜ਼ ਅਤੇ ਏਅਰ ਇੰਡੀਆ, ਇਹਨਾਂ ਨੂੰ ਆਪਸ ਦੇ ਵਿੱਚ ਮਰਜ ਕਰ ਦਿੱਤਾ 27 ਫਰਵਰੀ 2011 ਨੂੰ। 1997 ਤੋਂ ਬਾਅਦ ਵਾਯੂਦੂਤ ਵੀ ਏਅਰ ਇੰਡੀਆ ਵਿੱਚ ਮਿਲਾ ਦਿੱਤਾ ਗਿਆ, ਅਤੇ 1997 ਤੋਂ ਬਾਅਦ ਜੋ ਵਾਯੂਦੂਤ ਸੀ ਉਸ ਨੂੰ ਏਅਰ ਇੰਡੀਆ ਵਿੱਚ ਮਰਜ ਕਰ ਦਿੱਤਾ ਸੀ। ਭਾਰਤ ਵਿੱਚ 17 ਅੰਤਰਰਾਸ਼ਟਰੀ ਹਵਾਈ ਅੱਡੇ ਹਨ, ਜਿਨ੍ਹਾਂ ਦਾ ਸੰਚਾਲਨ
ਅੰਤਰਰਾਸ਼ਟਰੀ ਹਵਾਈ ਅੱਡਾ ਪ੍ਰਾਧਿਕਰਨ ਰਾਹੀਂ ਕੀਤਾ ਜਾਂਦਾ ਹੈ। ਸੰਨ 1992 ਵਿੱਚੋਂ ਭਾਰਤ ਵਿੱਚ ਕਈ ਨਿੱਜੀ ਕੰਪਨੀਆਂ ਸਥਾਪਿਤ ਕੀਤੀਆਂ ਗਈਆਂ। ਤਾਂ ਅੱਗੇ ਕੁਐਸਚਨ ਆ ਗਏ। ਜਸਪਾਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪੁਰਾਣਾ ਭੰਗਾਲਾ ਦਾ ਵਾਸੀ ਹੈ। ਉਸਨੇ ਆਪਣੇ ਮਾਮਾ ਜੀ ਨੂੰ ਜੋ ਕਨੇਡਾ ਤੋਂ ਲੈਣ ਵਾਸਤੇ ਆ ਰਹੇ ਹਨ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਜੋ ਕਿ ਭਾਰਤ ਦੀ ਰਾਜਧਾਨੀ ਵਿੱਚ ਸਥਿਤ ਹੈ, ਉੱਥੇ ਜਾਣਾ ਹੈ। ਦੱਸੋ ਉਹ ਕਿੱਥੇ ਜਾਵੇਗਾ? ਤਾਂ ਜੋ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਆ ਅਤੇ ਨਾਲ ਲਿਖਿਆ ਉਹ ਭਾਰਤ ਦੀ ਰਾਜਧਾਨੀ, ਤਾਂ ਭਾਰਤ ਦੀ ਰਾਜਧਾਨੀ ਕਿਹੜੀ ਆ? ਦਿੱਲੀ। ਤਾਂ ਦਿੱਲੀ ਵਿਖੇ ਜਾਵੇਗਾ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ, ਪਰ ਭਾਰਤ ਦੀ ਰਾਜਧਾਨੀ ਦਿੱਲੀ ਹੈ। ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਕਿੱਥੇ ਆ? ਉਹ ਦਿੱਲੀ ਵਿੱਚ ਹੈ। ਟਰੱਕ, ਬੱਸ, ਕਾਰ ਅਤੇ ਸਾਈਕਲ ਹੇਠ ਲਿਖਿਆਂ ਵਿੱਚੋਂ ਕਿਸ ਯਾਤਾਯਾਤ ਦੇ ਸਾਧਨ ਹਨ? ਸੜਕ। ਅਸੀਂ ਟਰੱਕ, ਬੱਸ, ਕਾਰ ਕਿੱਥੇ ਚਲਾਉਂਦੇ ਹੈਗੇ? ਸੜਕਾਂ 'ਤੇ ਚਲਾਉਂਦੇ ਹਾਂ, ਤਾਂ ਸੜਕ ਯਾਤਾਯਾਤ ਦੇ ਸਾਧਨ ਹਨ। ਮੈਂ ਆਪਣੇ ਛੋਟੇ ਭਰਾ ਨੂੰ, ਜੋ ਕਿ 8ਵੀਂ ਸ਼੍ਰੇਣੀ ਵਿੱਚ ਪੜ੍ਹਦਾ ਹੈ, ਨੂੰ ਪੁੱਛਿਆ ਕਿ ਅਗਰ ਤੁਸੀਂ ਸਭ ਤੋਂ ਤੇਜ਼ ਯਾਤਾਯਾਤ ਦੇ ਸਾਧਨ ਨੂੰ ਚੁਣਨਾ ਹੋਵੇ ਤਾਂ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਚੁਣੋਗੇ? ਤਾਂ ਹਵਾਈ ਜਹਾਜ਼। ਤਾਂ ਹਵਾਈ ਜਹਾਜ਼ ਮਹਿੰਗਾ ਵੀ ਆ ਸਾਧਨ ਇਹ, ਅਤੇ ਸਭ ਤੋਂ ਤੇਜ਼ ਵੀ ਹੈ, ਛੇਤੀ ਪਹੁੰਚਾ ਦਿੰਦਾ ਹਵਾਈ ਜਹਾਜ਼। ਇਸ ਤੋਂ ਅੱਗੇ ਹੇਠ ਲਿਖਿਆਂ ਵਿੱਚੋਂ ਭਾਰਤ ਦੇ ਕਿਹੜੇ ਸਥਾਨਾਂ ਵਿੱਚ ਬੰਦਰਗਾਹਾਂ ਨਹੀਂ ਪਾਈਆਂ ਜਾਂਦੀਆਂ? ਤਾਂ ਦਿੱਲੀ ਵਿੱਚ ਨਹੀਂ ਪਾਈਆਂ ਜਾਂਦੀਆਂ, ਕਿਉਂਕਿ ਦਿੱਲੀ ਤਟਵਰਤੀ ਖੇਤਰ ਨਹੀਂ ਹੈ। ਦਿੱਲੀ ਦੇ ਖੇਤਰ ਨਾਲ ਸਮੁੰਦਰ ਨਹੀਂ ਲੱਗਦਾ। ਜੋ ਕਾਂਡਲਾ ਅਤੇ ਚੇਨਈ ਇਹਨਾਂ ਸਾਰੀਆਂ ਇਹ ਸਮੁੰਦਰ ਦੇ ਨਾਲ ਲੱਗਦੀਆਂ ਨੇ, ਤਾਂ ਕਰਕੇ ਇੱਥੇ ਬੰਦਰਗਾਹਾਂ ਪਾਈਆਂ ਜਾਂਦੀਆਂ, ਅਤੇ ਦਿੱਲੀ ਸਮੁੰਦਰ ਦੇ ਨਾਲ ਨਹੀਂ ਲੱਗਦਾ, ਅਤੇ ਇੱਥੇ ਕੋਈ ਬੰਦਰਗਾਹ ਨਹੀਂ ਪਾਈ ਜਾਂਦੀ। ਤੁਸੀਂ ਭਾਰਤ ਤੋਂ ਅਮਰੀਕਾ ਭਾਰਤੀ ਸਾਰਵਜਨਿਕ ਖੇਤਰ ਦੇ ਜਹਾਜ਼ ਵਿੱਚ ਜਾਣ ਲਈ ਕਿਹੜੀ ਕੰਪਨੀ ਵਿੱਚ ਸਫ਼ਰ ਕਰੋਗੇ? ਤੁਸੀਂ ਭਾਰਤ ਤੋਂ ਅਮਰੀਕਾ ਭਾਰਤੀ ਸਾਰਵਜਨਿਕ ਖੇਤਰ ਦੇ ਜਹਾਜ਼ ਵਿੱਚ ਜਾਣ ਲਈ ਕਿਹੜੀ ਕੰਪਨੀ ਵਿੱਚ ਸਫ਼ਰ ਕਰੋਗੇ? ਇੰਡੀਅਨ ਏਅਰਲਾਈਨਜ਼ ਜਾਂ ਏਅਰ ਇੰਡੀਆ ਇੰਟਰਨੈਸ਼ਨਲ ਜਾਂ ਵਾਯੂ ਦੂਤ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਕਿਹੜੀ ਵਿੱਚ ਕਰਾਂਗੇ ਅਸੀਂ? ਤਾਂ ਅਸੀਂ ਏਅਰ ਇੰਡੀਆ ਇੰਟਰਨੈਸ਼ਨਲ ਰਾਹੀਂ ਜਾਵਾਂਗੇ। ਅਤੇ ਇਸ ਤੋਂ ਅੱਗੇ ਸਾਡੀ ਇਹੀ ਸਲਾਈਡ ਆ ਗਈ ਇੰਗਲਿਸ਼ ਮੀਡੀਅਮ ਵਿੱਚ। ਤਾਂ ਜੋ ਫਸਟ ਕੁਐਸਚਨ ਹੈ ਜਸਪਾਲ ਹੈ ਵਾਲਾ, ਇਸ ਦਾ ਆਨਸਰ ਆਵੇਗਾ ਦਿੱਲੀ। ਅਤੇ ਟਰੱਕ ਵਰਸਿਸ ਕਾਰਸ, ਸਾਈਕਲਸ, ਲੈਂਡ ਟਰਾਂਸਪੋਰਟ। Trucks versus car cycle are related to which of the following means of transportation? Land, थल, सड़क। My brother is a student of 8th class and I asked to him that if you have to choose the fastest mode, the fastest mode ਕਿਹੜਾ ਜੀ ਸਾਡਾ? ਤਾਂ aeroplane। Question 4th, to travel from India to America, which airline of Indian public sector you will choose? Air India। Air India ਰਾਹੀਂ ਅਸੀਂ ਅਮਰੀਕਾ ਜਾਵਾਂਗੇ, Air India International। Which of the following places in India don't have ports? ਦਿੱਲੀ। ਦਿੱਲੀ ਦੇ ਨਾਲ ਕੋਈ ਸਮੁੰਦਰ ਦਾ ਦਿੱਲੀ ਦਾ ਕੰਢਾ ਨਹੀਂ ਲੱਗਦਾ। ਦਿੱਲੀ ਉੱਤਰ ਵਾਲੇ ਪਾਸੇ ਹੈ। ਜੋ ਦਿੱਲੀ ਦੀ ਕੋਈ ਵੀ ਸੀਮਾ, ਦਿੱਲੀ ਦਾ ਕੋਈ ਵੀ ਪਾਸਾ ਸਮੁੰਦਰ ਦੇ ਨਾਲ ਨਹੀਂ ਲੱਗਦਾ, ਤਾਂ ਉੱਥੇ ਫਿਰ ਬੰਦਰਗਾਹ ਵੀ ਕਿੱਥੇ ਹੋਵੇਗੀ? ਤਾਂ ਦਿੱਲੀ, ਪੰਜਾਬ, ਹਰਿਆਣਾ ਇਹ ਸਾਰੇ ਸਮੁੰਦਰ ਤੋਂ ਦੂਰ ਹਨ, ਤਾਂ ਕਰਕੇ ਇੱਥੇ ਕੋਈ ਵੀ ਬੰਦਰਗਾਹ ਨਹੀਂ ਹੈ। ਤਾਂ ਕਾਂਡਲਾ, ਹਲਦੀਆ, ਚੇਨਈ ਇਹ ਸਾਰੇ ਸਮੁੰਦਰ ਦੇ ਨਾਲ ਲੱਗਦੇ ਨੇ, ਤਾਂ ਇਹ ਬੰਦਰਗਾਹਾਂ ਹਨ।
ਤੇ ਦਿੱਲੀ ਵਿਖੇ ਕੋਈ ਬੰਦਰਗਾਹ ਨਹੀਂ ਹੈ। ਅਸੀਂ ਅੱਜ ਵਾਲਾ ਕੰਮ ਇੰਗਲਿਸ਼ ਅਤੇ ਪੰਜਾਬੀ ਮੀਡੀਅਮ 'ਚ ਕੀਤਾ ਹੈ। ਚੈਨਲ ਨੂੰ ਲਾਈਕ ਕਰੋ ਅਤੇ ਸਬਸਕ੍ਰਾਈਬ ਕਰੋ, ਜੋ ਤੁਹਾਨੂੰ ਹਰੇਕ ਵੀਡੀਓ ਬਾਰੇ ਪਤਾ ਲੱਗ ਸਕੇ। ਧੰਨਵਾਦ।